ਜਦੋਂ ਇੱਧਰ ਵੈਰਾਗ ਦੀ ਗੱਲ ਹੁੰਦੀ ਹੈ ਨਾ, ਤੇ ਬਹੁਤਿਆਂ ਨੂੰ ਇਉਂ ਸਮਝ ਵਿੱਚ ਆਉਂਦਾ ਹੈ ਕਿ ਇਹ ਸੰਸਾਰ ਦੇ ਤਿਆਗ ਦੀ ਗੱਲ ਕਰ ਰਹੇ ਹਨ। ਪਰ ਵੈਰਾਗ ਉਸ ਹਰ ਇੱਕ ਪ੍ਰਾਣੀ ਵਾਸਤੇ ਲਾਜ਼ਮੀ ਹੈ, ਜ਼ਰੂਰੀ ਹੈ। ਜਿਨ੍ਹੇ ਪਰਮਾਰਥ ਦੀ ਯਾਤਰਾ ਕਰਨੀ ਹੈ, ਜਿਨ੍ਹੇ ਪਰਮਾਤਮਾ ਵੱਲ ਨੂੰ ਜਾਣਾ ਹੈ, ਉਹਦੇ ਵਾਸਤੇ ਸੰਸਾਰ ਵੱਲੋਂ ਵੈਰਾਗ ਹੋਣਾ ਜ਼ਰੂਰੀ ਹੈ। ਸ਼ੂਦਰ ਵੱਲੋਂ ਵੈਰਾਗ ਹੋਵੇਗਾ ਤੇ ਤਾਂ ਹੀ ਕੋਈ ਸੱਤ ਵੱਲ ਜਾਵੇਗਾ ਨਾ। ਤੇ ਅਗਰ ਸ਼ੂਦਰ ਹੀ ਚੰਗਾ ਲੱਗ ਰਿਹਾ ਹੈ, ਭਾ ਰਿਹਾ ਹੈ, ਅਜੇ ਰਸ ਆ ਰਿਹਾ ਹੈ ਸ਼ੂਦਰ ਵਿੱਚ, ਝੂਠ ਵਿੱਚ, ਤੇ ਉਹ ਫਿਰ ਸੱਤ ਵੱਲ ਨਹੀਂ ਨਾ ਜਾ ਸਕਦਾ। ਤੇ ਜਿਨ੍ਹਾਂ ਨੂੰ ਵੈਰਾਗ ਹੋ ਗਿਆ ਸੀ ਸੰਸਾਰ ਵੱਲੋਂ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ, ਤੇ ਉਹਨਾਂ ਦਾ ਸੰਸਾਰ ਵਿੱਚ ਕੋਈ ਰਸ ਨਹੀਂ ਰਹਿ ਗਿਆ ਹੋਵੇਗਾ, ਨਾ ਕੋਈ ਰਿਸ਼ਤੇਦਾਰੀਆਂ 'ਚ ਰਸ ਰਹਿ ਗਿਆ ਹੋਵੇਗਾ, ਇਸ ਕਰਕੇ ਮਿਲੇ। ਨਾ ਕੋਈ ਉਹਨਾਂ ਦੇ ਖਾਣ ਪੀਣ ਦਾ ਰਸ ਰਹਿ ਗਿਆ ਹੋਵੇਗਾ, ਘੁੰਮਣ ਫਿਰਨ ਦਾ ਰਸ ਰਹਿ ਗਿਆ ਹੋਵੇਗਾ, ਨਾ ਮਾਣ ਵਡਿਆਈ ਦਾ ਰਸ ਰਹਿ ਗਿਆ ਹੋਵੇਗਾ। ਕੋਈ ਰਸ ਨਹੀਂ ਰਹਿ ਗਿਆ ਹੋਵੇਗਾ ਨਾ ਸੰਸਾਰ ਵਿੱਚ, ਬੇਰਸੀ ਹੋ ਗਈ, ਉਹਨੂੰ ਹੀ ਵੈਰਾਗ ਕਹਿੰਦੇ ਆ। ਚੰਗਾ ਨਹੀਂ ਲੱਗਦਾ ਤੇ ਬੈਠ ਗਏ ਉਹ ਸੰਸਾਰ ਦੇ ਵਿੱਚ ਹੀ, ਸੰਸਾਰ ਤੋਂ ਨਿਰਲੇਪ ਹੋ ਕੇ। ਇਹ ਬਹੁਤ ਕਠਿਨ ਹੈ ਤੇ ਬਹੁਤ ਘੱਟ ਵਿਰਲੇ ਹੀ ਇਸ ਢੰਗ ਦੇ ਨਾਲ ਸੰਸਾਰ ਦੇ ਵਿੱਚ ਬੈਠਦੇ ਹਨ, ਕਿਉਂਕਿ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਨਿਰਲੇਪ ਹੋਣਾ ਬਹੁਤ ਕਠਿਨ ਹੈ। ਬਹੁਤ ਜ਼ਿਆਦਾ ਕਿਸੇ ਨੂੰ ਵੈਰਾਗ ਹੋਵੇ, ਜਿਵੇਂ ਭਗਤ ਕਬੀਰ ਜੀ ਸਨ, ਰਵਿਦਾਸ ਜੀ ਸਨ, ਤੋ ਗ੍ਰਸਤ 'ਚ ਰਹਿੰਦਿਆਂ ਹੋਇਆਂ ਹੀ ਗ੍ਰਸਤ 'ਚੋਂ ਨਿਰਲੇਪ ਹੋ ਸਕਦੇ ਸਨ। ਤੇ ਸ਼ਾਇਦ ਆਪਣੇ ਪਿਤਾ ਵੱਲ ਦੇਖ ਕੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਕਿਹਾ ਹੋਵੇ, ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਵੀ ਇੱਦਾਂ ਦਾ ਸੰਨਿਆਸੀ ਬਣ, ਘਰ-ਬਾਰ ਛੱਡ ਕੇ ਨਹੀਂ, ਘਰ ਵਿੱਚ ਰਹਿੰਦਿਆਂ ਹੋਇਆਂ ਘਰ ਨੂੰ ਹੀ ਜੰਗਲ ਬਣਾ ਲੈ ਤੇ ਸੰਸਾਰ 'ਚੋਂ ਉਦਾਸ ਹੋ ਜਾ। ਉਦਾਸੀਨ ਦਾ ਅਰਥ ਹੁੰਦਾ ਹੈ ਉਦਾਸਣ, ਆਪਣੇ ਅੰਦਰ ਆਸਣ ਜਮਾ ਕੇ ਬੈਠ ਜਾ, ਬਾਹਰੋਂ ਧਿਆਨ ਹਟਾ ਲਾ। ਤੇ ਬਾਹਰ ਦਾ ਚੰਗਾ ਨਾ ਲੱਗੇਗਾ ਮੇਲਾ, ਤੇ ਤਾਂ ਹੀ ਅੰਦਰ ਬੈਠੇਗਾ ਨਾ ਕੋਈ। ਜਿਨ੍ਹਾਂ ਨੂੰ ਬਾਹਰਲੇ ਮੇਲੇ ਗੇਲੇ ਚੰਗੇ ਲੱਗਦੇ ਹਨ, ਉਹ ਅੰਦਰ ਉਦਾਸੀਨ ਥੋੜ੍ਹੀ ਬੈਠਣਗੇ, ਆਪਣੇ ਅੰਦਰ ਥੋੜ੍ਹੀ ਬੈਠਣ। ਉਹਨਾਂ ਦਾ ਧਿਆਨ ਤਾਂ ਬਾਹਰ ਜਾਵੇਗਾ ਅਗਰ ਬੈਠਣਗੇ ਵੀ, ਤੇ ਉਹ ਕਾਮਯਾਬ ਨਹੀਂ ਹੋਣਗੇ ਜਿਨ੍ਹਾਂ ਨੂੰ ਵੈਰਾਗ ਨਹੀਂ ਹੈ ਸੰਸਾਰ 'ਚ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਫਿਰ ਕੁਸ਼ਕ ਤੇ ਹੈਨ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗੇ, ਜਿਨ੍ਹਾਂ ਨੂੰ ਵੈਰਾਗ ਹੁੰਦਾ ਹੈ, ਤੋ ਸੰਸਾਰ ਦੇ ਵਿੱਚ ਹੀ ਬੈਠ ਜਾਂਦੇ ਹਨ, ਸੰਸਾਰ ਤੋਂ ਨਿਰਲੇਪ ਹੋ ਕਰਕੇ। ਤੇ ਕੁਸ਼ਕ ਐਸੇ ਹਨ ਜਿਹੜੇ ਸੰਸਾਰ ਦੇ ਵਿੱਚ ਬੈਠ ਨਹੀਂ ਸਕਦੇ ਹਨ, ਕਿਉਂਕਿ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਦਾ ਸੰਸਾਰ ਨਾਲੋਂ ਧਿਆਨ ਛੁੱਟਦਾ ਨਹੀਂ ਹੈ ਤੇ ਅੰਦਰ ਲੱਗਦਾ ਨਹੀਂ ਹੈ। ਪਰ ਵੈਰਾਗ ਹੋ ਗਿਆ ਬਾਬੇ ਅਮਰਦਾਸ ਜੀ ਵਾਂਗੂ, ਉਹ ਫਿਰ ਗੁਰੂ ਦੇ ਜਹਾਜ਼ 'ਤੇ ਸਵਾਰ ਹੋਣ ਵਾਸਤੇ ਚਲੇ ਜਾਂਦੇ ਹਨ। ਦੇਖੋ, ਪਰਮਾਤਮਾ ਹਰ ਇੱਕ ਵਾਸਤੇ ਉਪਯੋਗੀ ਹੈ। ਕੁਸ਼ਕ ਹਨ ਜਿਹੜੇ ਆਪਣੀਆਂ ਬਾਹਾਂ ਦੇ ਨਾਲ ਤਰ ਸਕਦੇ ਹਨ ਸਾਗਰ, ਧਿਆਨੀ। ਤੇ ਕੁਸ਼ਕ ਐਸੇ ਹਨ
ਜਿਹੜੇ ਕਹਿੰਦੇ ਹਨ ਹਉ ਅਣਜਾਣ ਤਰਬੇ ਭੀ ਨਾ ਜਾਣੂ, ਮੌਕੋ ਤਾਰ ਲੈ ਵੀ ਮੈਂ ਨਹੀਂ ਤਰਨਾ ਜਾਣਦਾ, ਨਾ ਤਰ ਸਕਦਾ ਹਾਂ, ਮੇਰੇ 'ਚ ਹਿੰਮਤ ਨਹੀਂ ਹੈ, ਸਾਹਸ ਨਹੀਂ ਤਰ ਸਕਦਾ। ਉਹਨਾਂ ਵਾਸਤੇ ਪਰਮਾਤਮਾ ਜਹਾਜ਼ ਬਣਾ ਦਿੰਦਾ ਹੈ ਅਤੇ ਉਹਨਾਂ ਨੂੰ ਕਹਿੰਦਾ ਹੈ ਕੋਈ ਗੱਲ ਨਹੀਂ, ਤੁਸੀਂ ਨਹੀਂ ਤਰ ਸਕਦੇ ਅਤੇ ਇਸ ਜਹਾਜ਼ 'ਤੇ ਬੈਠ ਜਾਓ। ਪਰ ਜਹਾਜ਼ 'ਤੇ ਉਹ ਹੀ ਬੈਠ ਸਕਦਾ ਹੈ ਜਿਹੜਾ ਇੱਧਰਲੇ ਕਿਨਾਰੇ ਨੂੰ ਛੱਡਣ ਨੂੰ ਤਿਆਰ ਹੋਵੇ, ਸੰਸਾਰ ਰੂਪੀ ਕਿਨਾਰਾ। ਪਰ ਇਹ ਛੱਡਣਾ ਬੜਾ ਔਖਾ ਹੈ। ਇਸ ਕਰਕੇ ਆਦਮੀ ਨਾ ਤਾਂ ਸੰਸਾਰ ਦੇ ਵਿੱਚ ਰਹਿੰਦਿਆਂ ਹੋਏ ਨਿਰਲੇਪ ਹੁੰਦਾ ਹੈ, ਨਾ ਹੀ ਛੱਡਣ ਦੀ ਹਿੰਮਤ ਹੁੰਦੀ ਹੈ ਬਹੁਤਿਆਂ ਦੀ। ਹੁਣ ਜਿਨ੍ਹਾਂ ਨੂੰ ਐਸੇ ਪ੍ਰਚਾਰਕਾਂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ, ਜਿਹੜੇ ਕਹਿੰਦੇ ਹਨ ਵੀ ਗ੍ਰਸਤ ਦੇ ਵਿੱਚ ਰਹਿ ਕੇ, ਸੰਸਾਰ ਦੇ ਵਿੱਚ ਰਹਿ ਕੇ ਹੀ ਪਰਮਾਤਮਾ ਮਿਲ ਸਕਦਾ ਹੈ, ਤੋਂ ਪ੍ਰਮਾਣ ਦਿੰਦੇ ਹਨ, ਉਦਾਹਰਣ ਦਿੰਦੇ ਹਨ, ਤਾਂ ਉਹਨਾਂ ਦੀਆਂ ਗੱਲਾਂ ਕਈਆਂ ਨੂੰ ਬੜੀਆਂ ਚੰਗੀਆਂ ਲੱਗਦੀਆਂ। ਚੰਗੀਆਂ ਇਸੇ ਕਰਕੇ ਲੱਗ ਰਹੀਆਂ ਹਨ ਵੀ ਸੰਸਾਰ ਮਿੱਠਾ ਲੱਗਦਾ ਹੈ, ਛੁੱਟਦਾ ਨਹੀਂ, ਛੁੱਟ ਸਕਦਾ ਨਹੀਂ, ਅਤੇ ਕਹਿੰਦੇ ਹਨ ਚਲੋ ਦੋਵੇਂ ਹੱਥੀਂ ਲੱਡੂ। ਪਰ ਦੋਵੇਂ ਹੱਥੀਂ ਲੱਡੂ ਨਹੀਂ ਮਿਲਦੇ ਹਨ। ਇੱਧਰਲਾ ਲੱਡੂ ਸੰਸਾਰ ਵਾਲਾ ਛੱਡਣਾ ਪੈਂਦਾ ਹੈ ਜੇ ਪਰਮਾਤਮਾ ਦਾ ਚਾਹੀਦਾ ਹੈ। ਅਤੇ ਜਿਨ੍ਹਾਂ ਨੂੰ ਚੰਗੀਆਂ ਲੱਗਦੀਆਂ ਹਨ ਨਾ ਐਸੀਆਂ ਗੱਲਾਂ, ਗ੍ਰਸਤ ਦੇ ਵਿੱਚ ਰਹਿ ਕੇ ਸਿਮਰਨ ਕਰਨਾ, ਧਿਆਨ ਕਰਨਾ, ਅਤੇ ਪ੍ਰਚਾਰਕ ਕਹਿੰਦੇ ਹਨ ਛੱਡਣ ਦੀ ਕੁਛ ਲੋੜ ਨਹੀਂ ਹੈ, ਤਾਂ ਉਹਨਾਂ ਦਾ ਛੁਟਕਾਰਾ ਨਹੀਂ ਹੋ ਸਕਦਾ ਹੈ। ਇਹ ਗੱਲ ਖਿਆਲ ਵਿੱਚ ਰੱਖਿਓ, ਕਿਉਂਕਿ ਜਿਹੜੇ ਨਹੀਂ ਛੱਡਣਾ ਚਾਹੁੰਦੇ ਹਨ ਸੰਸਾਰ ਨੂੰ, ਸੰਸਾਰ ਦੀ ਮੋਹ ਮਮਤਾ ਨੂੰ, ਲਗਾਵ ਨੂੰ, ਉਹਨਾਂ ਨੂੰ ਇਹ ਐਸੀਆਂ ਗੱਲਾਂ ਪਿਆਰੀਆਂ ਲੱਗਦੀਆਂ। ਫਿਰ ਕੁਛ ਕੁ ਐਸੇ ਵੀ ਹਨ ਜਿਹੜੇ ਸੰਸਾਰ 'ਚੋਂ ਹਾਰ ਗਏ, ਜੋ ਚਾਹੀਦਾ ਸੀ ਮਿਲਿਆ ਨਹੀਂ, ਕੁਛ ਪ੍ਰਾਪਤ ਨਹੀਂ ਕਰ ਸਕੇ, ਉਹ ਵੀ ਸੰਸਾਰ ਨੂੰ ਛੱਡਣ ਨੂੰ ਤਿਆਰ ਹੁੰਦੇ ਹਨ, ਅਤੇ ਉਹਨਾਂ ਨੂੰ ਤਿਆਗੀਆਂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ। ਅਤੇ ਅਗਰ ਉਹ ਤਿਆਗ ਵੀ ਕਰ ਦੇਣ ਨਾ ਸੰਸਾਰ ਦਾ, ਅਤੇ ਜਾ ਕੇ ਫਿਰ ਬਾਹਰ ਕੋਈ ਡੇਰਾ ਬਣਾ ਲੈਣਗੇ, ਕੋਈ ਆਸ਼ਰਮ ਬਣਾ ਲੈਣਗੇ, ਤਾਂ ਉੱਥੇ ਗ੍ਰਸਤੀਆਂ ਵਾਸਤੇ ਵੀ ਮੰਦਰ ਬਣਾ ਦਿੰਦੇ ਹਨ, ਸਿੱਖ ਸਾਧੂ ਗੁਰਦੁਆਰਾ ਬਣਾ ਦਿੰਦੇ ਹਨ, ਉਹਨਾਂ ਦੇ ਹੀ ਪੈਸੇ ਦਾ, ਤਾਂ ਉਹਨਾਂ ਦੇ ਹੀ ਪੈਸੇ ਤੋਂ ਆਪਣੀਆਂ ਸੁੱਖ ਸੁਵਿਧਾਵਾਂ ਸਾਰੀਆਂ ਹੀ ਲੈ ਲੈਂਦੇ ਹਨ। ਦੇਖੋ, ਤੋ ਵੈਸੇ ਹੀ ਸੁੱਖ ਸੁਵਿਧਾ ਦੇ ਵਿੱਚ ਫਸੇ ਹੋਏ ਹਨ, ਸੰਸਾਰ ਦੇ ਵਿੱਚ ਨਹੀਂ ਮਿਲਿਆ ਹੈ ਕੁਝ ਵੀ, ਉਹ ਕਹਿੰਦੇ ਹਨ ਚਲੋ ਕੋਈ ਗੱਲ ਨਹੀਂ, ਬਾਹਰ ਨਿਕਲ ਕੇ ਉਹੋ ਹੀ ਪ੍ਰਾਪਤ ਕਰਦੇ ਹਨ ਜਿਹੜੀਆਂ ਸੁੱਖ ਸੁਵਿਧਾਵਾਂ ਦੀ ਆਮ ਸੰਸਾਰੀਆਂ ਨੂੰ ਇੱਛਾ ਹੁੰਦੀ ਹੈ, ਕਿਉਂਕਿ ਸੰਸਾਰੀ ਹਨ ਨਾ ਹੋਏ, ਸੰਸਾਰ ਦਾ ਤਿਆਗ ਨਹੀਂ ਨਾ ਹੋਇਆ। ਅਤੇ ਸੰਸਾਰੀ ਲੋਕਾਂ ਨੂੰ ਵੀ ਉਹ ਖੁਸ਼ ਕਰਦੇ ਰਹਿੰਦੇ ਹਨ, ਉਹਨਾਂ ਨੂੰ ਧਰਮ ਕਰਮ ਦੇ ਵਿੱਚ ਲਾ ਕੇ, ਅਤੇ ਉੱਥੇ ਧਾਰਮਿਕ ਸਥਾਨ ਬਣਾ ਦਿੰਦੇ ਹਨ, ਉਹਦੇ ਨਾਲ ਜੋੜਦੇ ਰਹਿੰਦੇ ਹਨ, ਅਤੇ ਲੋਕ ਵੀ ਖੁਸ਼ ਰਹਿੰਦੇ ਹਨ। ਅਤੇ ਐਸੇ ਤਿਆਗੀ ਵੀ ਬਹੁਤ ਭਟਕਦੇ ਹਨ। ਦੋਵਾਂ ਨੂੰ ਹੀ ਸਤਿਪੁਰਖਾਂ ਨੇ ਵਿਵਰਜਿਤ ਕੀਤਾ ਹੈ, ਦੋਵਾਂ ਨੂੰ ਹੀ ਸਲਾਹਿਆ ਹੈ। ਜਿਵੇਂ ਗ੍ਰਸਤੀ ਹੈ, ਉਹਦੇ ਵਾਸਤੇ ਕਿਹਾ ਹੈ ਗ੍ਰਸਤ ਕੁਟੰਬ ਮੋਹ ਕਾ ਫਾਸਾ, ਹੁਣ ਨਾ ਪਾਈਏ ਰਾਮ ਕੇ ਦਸ, ਕਿਹਾ ਹੈ ਨਾ। ਦੂਸਰੇ ਪਾਸੇ ਵੱਲ ਵੀ ਕਿਹਾ ਹੈ, ਜਿਹੜੇ ਛੱਡ ਕੇ ਚਲੇ ਜਾਂਦੇ ਆ, ਗ੍ਰਹਿਓ ਤਜ ਵਨ ਖੰਡ ਜਾਈਏ, ਚੁਣ ਖਾਈਏ ਕੰਦਾ, ਅਜਹੋਂ ਵਿਕਾਰ ਨਾ ਛੋੜਾਈ ਪਾਪੀ ਮਨ ਮੰਦਾ। ਬਾਹਰ ਜਾ ਕੇ ਵੀ ਵਿਕਾਰ ਛੱਡਦੇ ਥੋੜ੍ਹੇ ਹਨ, ਉਹ ਭੋਗਣ ਦੀ ਚਾਹਤ, ਉਹ ਸੁੱਖ ਮਾਣਨ ਦੀ ਚਾਹਤ ਉੱਦਾਂ ਹੀ ਰਹਿੰਦੀ। ਅਤੇ ਬਹੁਤੇ ਸਾਧੂ ਮਹਾਤਮਾ ਭੋਗਾਂ 'ਚ ਹੀ ਫਸੇ ਹੋਏ ਆ। ਅਤੇ ਅਗਰ ਤੁਸੀਂ ਆਪਣੇ ਆਪ ਨੂੰ ਜਾਚਣਾ ਹੋਵੇ ਅਤੇ ਖਿਆਲ ਵਿੱਚ ਰੱਖੋ, ਅਗਰ ਤੁਹਾਨੂੰ ਗ੍ਰਸਤ ਵਿੱਚ ਰਹਿ ਕੇ ਚਿੰਤਨ ਕਰਨ ਵਾਲੇ ਜਿਹੜੇ ਦੱਸਦੇ ਹਨ, ਨਾਮ ਜਪਣ ਵਾਸਤੇ ਜਿਹੜੇ ਦੱਸਦੇ ਹਨ, ਅਤੇ ਸਮਝ ਲੈਣਾ ਚਾਹੀਦਾ ਹੈ ਅਤੇ ਤੁਹਾਡਾ ਮਨ ਧੋਖਾ ਦੇ ਰਿਹਾ ਹੈ। ਤੁਹਾਡਾ ਮਨ ਜੇ ਸੰਸਾਰ 'ਚੋਂ ਨਿਕਲਣਾ ਨਹੀਂ ਚਾਹ ਰਿਹਾ ਹੈ,
ਅਜੇ ਮੋਹ ਮਮਤਾ ਛੁੱਟੇਗੀ ਨਹੀਂ ਤੁਹਾਡੀ। ਇਸੇ ਕਾਰਨ ਹੀ ਤੁਹਾਨੂੰ ਜਿਹੜੇ ਕਹਿੰਦੇ ਹਨ ਗ੍ਰਸਤ ਪ੍ਰਧਾਨ ਹੈ, ਉਹਨਾਂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ। ਤੇ ਗ੍ਰਸਤ ਪ੍ਰਧਾਨ ਹੈ ਹੀ ਕਿਉਂ ਗ੍ਰਸਤ 'ਚ ਉਹ ਸਾਰੇ ਆਉਂਦੇ ਹਨ। ਪਰ ਜ਼ਰੂਰੀ ਨਹੀਂ ਹੈ ਸਾਰਿਆਂ ਨੂੰ ਗ੍ਰਸਤ 'ਚ ਰਹਿੰਦਿਆਂ ਹੋਇਆਂ ਪ੍ਰਾਪਤੀ ਹੋ ਜਾਵੇ। ਜਿਨ੍ਹਾਂ ਨੂੰ ਨਹੀਂ ਸੀ ਹੁੰਦੀ, ਪੁਰਾਣੇ ਸਮਿਆਂ ਦੇ ਵਿੱਚ ਵੀ ਸਤਿਗੁਰੂਆਂ ਕੋਲ ਜਿਹੜੇ ਸਿੱਖ ਆਉਂਦੇ ਸਨ, ਜਿਵੇਂ ਪੰਜ ਪਿਆਰੇ ਆਏ ਗੁਰੂ ਦੇ ਜਹਾਜ਼ 'ਤੇ ਸਵਾਰ ਹੋਣ ਵਾਸਤੇ, ਤੇ ਛੱਡ ਕੇ ਆਏ ਨਾ ਗ੍ਰਸਤ ਸੰਸਾਰ। ਨਹੀਂ ਸੀ ਹੋ ਸਕਦੀ ਉਹਨਾਂ ਨੂੰ ਪ੍ਰਾਪਤੀ ਸੰਸਾਰ ਦੇ ਵਿੱਚ ਰਹਿੰਦਿਆਂ ਹੋਏ, ਤਾਂ ਹੀ ਗੁਰੂ ਨੇ ਆਪਣੇ ਕੋਲ ਸੱਦਿਆ ਉਹਨਾਂ ਨੂੰ ਤੇ ਰੱਖਿਆ। ਫਿਰ ਦੂਸਰੀ ਗੱਲ ਇਹ ਹੈ ਵੀ ਗੁਰੂ ਗ੍ਰਸਤੀ ਹਨ ਅਤੇ ਉਹਨਾਂ ਦੀ ਉਹ ਸੇਵਾ ਕਰ ਰਹੇ ਹਨ ਜਿਹੜੇ ਸੰਸਾਰ ਦਾ ਤਿਆਗ ਕਰਕੇ ਆਏ ਹਨ। ਅਤੇ ਕਈ ਉਦੋਂ ਵੀ ਸਵਾਲ ਕਰਦੇ ਹੋਣਗੇ ਗੁਰੂਆਂ ਨੂੰ ਵੀ ਤੁਸੀਂ ਤਾਂ ਬਾਲ ਬੱਚੇ ਵਾਲੇ ਹੋ, ਪਰਿਵਾਰ ਵਾਲੇ, ਤੁਸੀਂ ਨਹੀਂ ਤਿਆਗ ਕੀਤਾ। ਸਾਨੂੰ ਕਹਿੰਦੇ ਹੈ ਤਿਆਗ ਕਰਕੇ ਆ ਜੋ ਸੰਸਾਰ ਦਾ। ਪਰ ਉਹ ਮੋਹ ਮਾਇਆ ਦੇ ਵਿੱਚ ਲਿਪਤ ਥੋੜ੍ਹੇ ਸਨ। ਇਸੇ ਕਾਰਨ ਇਹ ਤਾਂ ਛੱਡ ਕੇ ਆਰਾਮ ਦੇ ਨਾਲ ਚਲੇ ਜਾਂਦੇ ਸਨ। ਗੁਰੂ ਨਾਨਕ ਦੇਵ ਜੀ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਚਲੇ ਗਏ। ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਾਹਿਬਜ਼ਾਦੇ ਨੂੰ, ਪਰਿਵਾਰ ਨੂੰ ਛੱਡ ਕੇ ਆਰਾਮ ਨਾਲ ਚਲੇ ਗਏ। ਕੋਈ ਲੇਪ ਸ਼ੇਪ ਥੋੜ੍ਹੀ ਸੀ ਉਹਨਾਂ ਨੂੰ, ਲਗਾਵ ਥੋੜ੍ਹੀ ਸੀ। ਜਿਨ੍ਹਾਂ ਨੂੰ ਲਗਾਵ ਹੁੰਦਾ ਉਹ ਛੱਡ ਕੇ ਥੋੜ੍ਹੀ ਜਾਂਦੇ। ਤੋ ਨਿਰਲੇਪ ਸਨ। ਅਤੇ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਨਿਰਲੇਪ ਹੋਣਾ ਬਹੁਤ ਕਠਿਨ ਹੈ। ਇਸੇ ਕਰਕੇ ਭਗਤ ਵੱਡਾ ਰਾਜਾ ਜਨਕ ਕਿਹਾ ਹੈ। ਗੁਰਮੁਖ ਮਾਇਆ ਵਿੱਚ ਉਦਾਸੀ, ਭਾਵ ਕਿ ਐਸਾ ਗੁਰਮੁਖ ਜਿਹੜਾ ਮਾਇਆ ਸੰਸਾਰ ਦੀਆਂ ਸਾਰੀਆਂ ਸੁੱਖ ਸੁਵਿਧਾਵਾਂ ਦੇ ਵਿੱਚ ਨਿਰਲੇਪ ਸੀ। ਛੋਟੀ ਜਿਹੀ ਸੁੱਖ ਸੁਵਿਧਾ ਕੋਈ ਮਿਲ ਜਾਵੇ ਅਤੇ ਆਦਮੀ ਨਿਰਲੇਪ ਨਹੀਂ ਹੋ ਪਾਉਂਦਾ ਹੈ, ਲਗਾਵ ਹੋ ਜਾਂਦਾ ਹੈ ਸੁੱਖ ਸੁਵਿਧਾ ਦੇ ਨਾਲ, ਤਾਂ ਸਾਰੀਆਂ ਸੁੱਖ ਸੁਵਿਧਾਵਾਂ ਤੋਂ ਨਿਰਲੇਪ ਹੋ ਅਤੇ ਬਹੁਤ ਕਠਿਨ ਹੈ। ਪਰ ਦੂਸਰਾ ਮਾਰਗ ਵੀ ਬਹੁਤ ਕਠਿਨ ਹੈ। ਉਹਦੇ 'ਤੇ ਕਠਿਨਾਈ ਸਿਰਫ ਇਸ ਕਿਨਾਰੇ ਨੂੰ ਛੱਡਣ ਦੀ ਹੈ, ਕਿਉਂਕਿ ਇਹ ਕਿਨਾਰਾ ਛੁੱਟਦਾ ਨਹੀਂ ਹੈ। ਅਤੇ ਜਿਹਦਾ ਛੁੱਟਦਾ ਨਹੀਂ ਹੈ ਕਿਨਾਰਾ, ਉਹ ਵਿੱਚ ਰਹਿੰਦਿਆਂ ਹੋਇਆਂ ਵੀ ਕਿਵੇਂ ਮੁਕਤ ਹੋ ਜਾਵੇਗਾ। ਫਿਰ ਕਹਿੰਦੇ ਹਨ ਨਾ ਵੀ ਮਰਨ ਤੋਂ ਬਾਅਦ ਸੂਈ ਵੀ ਨਾਲ ਨਹੀਂ ਜਾਂਦੀ ਹੈ, ਕੋਈ ਲਿਜਾ ਨਹੀਂ ਸਕਦਾ ਹੈ, ਸੰਸਾਰ ਦੀ ਕੋਈ ਚੀਜ਼ ਨਹੀਂ ਨਾਲ ਜਾਂਦੀ। ਪਰ ਫਿਰ ਵੀ ਆਦਮੀ ਬਹੁਤ ਕੁਛ ਲੈ ਜਾਂਦਾ ਹੈ। ਸੰਸਾਰ ਦਾ ਮੋਹ ਲੈ ਜਾਂਦਾ ਹੈ, ਲਗਾਵ ਲੈ ਜਾਂਦਾ ਹੈ, ਵਾਸ਼ਨਾ ਲੈ ਜਾਂਦਾ ਹੈ, ਤਦੇ ਤੇ ਜਨਮ ਹੁੰਦਾ ਹੈ ਦੁਬਾਰਾ। ਪਰ ਇਹ ਜਿਹੜਾ ਜਹਾਜ਼ ਹੈ ਨਾ ਪਰਮ ਸਾਗਰ ਦੇ ਵਿੱਚ ਖੜਾ ਹੋਇਆ, ਇਹਦੇ ਉੱਪਰ ਸਵਾਰ ਹੋਣ ਵਾਸਤੇ ਉਹ ਵੀ ਨਹੀਂ ਲਿਜਾ ਸਕਦੇ ਤੁਸੀਂ ਜੋ ਮਰਨ ਤੋਂ ਬਾਅਦ ਲੈ ਕੇ ਜਾਂਦੇ ਹੋ। ਇੱਥੇ ਤਾਂ ਟੋਟਲ ਹੀ ਸੰਸਾਰ ਦਾ ਲਗਾਵ, ਮੋਹ, ਸੰਸਾਰ ਦੇ ਵਿੱਚ ਜੀਣ ਦੀ ਇੱਛਾ, ਭੋਗਣ ਦੀ ਇੱਛਾ, ਚਾਹਤ, ਸਭ ਕੁਛ ਛੱਡ ਕੇ ਇਸ ਕਿਨਾਰੇ ਤਾਂ ਤੁਸੀਂ ਸਵਾਰ ਹੋਗੇ ਇਸ ਜਹਾਜ਼ 'ਤੇ। ਕਿਉਂਕਿ ਮਰਨ ਤੋਂ ਬਾਅਦ ਜੀਣ ਦੀ ਇੱਛਾ ਰਹਿੰਦੀ ਹੈ ਤਾਂ ਅੱਗੇ ਜਨਮ ਮਿਲਦਾ ਹੈ। ਜੀਣ ਦੀ ਇੱਛਾ ਵੀ ਛੱਡ ਦਿੰਦਾ ਹੈ ਜਿਹੜਾ ਇਹ ਜਹਾਜ਼ 'ਤੇ ਸਵਾਰ ਹੁੰਦਾ ਹੈ। ਧਾਰਨਾ ਪੜ੍ਹਦੇ ਹਨ, ਗੁਰ ਮੇਰੇ ਜਹਾਜ਼ ਬਣਾਇਆ, ਆਓ ਜਿੰਨੇ ਪਾਰ ਲੰਘਣਾ। ਪਰ ਉਸ ਜਹਾਜ਼ 'ਤੇ ਸਵਾਰ ਭਾਈ ਮੱਝ ਵਰਗਾ ਹੁੰਦਾ ਹੈ, ਜਿਹੜਾ ਸੰਸਾਰ ਦੀ ਇੱਜ਼ਤ ਮਾਣ ਵਡਿਆਈ ਸਭ ਕੁਛ ਹੀ ਛੱਡ ਦਿੰਦਾ ਹੈ। ਉਹ ਸਵਾਰ ਹੁੰਦਾ ਹੈ ਇਸ ਜਹਾਜ਼ 'ਤੇ। ਅਤੇ ਇਸ ਕਰਕੇ ਪਰਮਾਤਮਾ ਬਹੁਤ ਦਿਆਲੂ ਹੈ, ਕਿਰਪਾਲੂ ਹੈ, ਅਤੇ ਉਹ ਹਰ ਇੱਕ ਉਸ ਪ੍ਰਾਣੀ ਵਾਸਤੇ ਵਿਵਸਥਾ ਜੁਟਾ ਦਿੰਦਾ ਹੈ ਜਿਹੜਾ ਉਹਦੇ ਵੱਲੋਂ ਜਾਣਾ ਚਾਹੁੰਦਾ ਹੈ। ਜਿਹੜੇ ਤੇ ਆਪਣਾ ਆਪ ਤਰ ਸਕਦੇ ਹਨ ਇਸ ਸਾਗਰ ਦੇ ਵਿੱਚ, ਜਿਨ੍ਹਾਂ ਨੂੰ ਮਾਣ ਹੈ ਆਪਣੀਆਂ ਬਾਹਾਂ 'ਤੇ, ਸੰਕਲਪ ਹੈ ਜਿਨ੍ਹਾਂ ਕੋਲ ਦ੍ਰਿੜ ਸੰਸਾਰ ਨੂੰ ਤਿਆਗਣ ਦਾ,
ਉਹ ਤੇ ਰਹਿੰਦਿਆਂ ਹੋਇਆਂ ਹੀ ਸੰਸਾਰ ਦੇ ਵਿੱਚ ਤੇ ਸੰਸਾਰ ਤੋਂ ਨਿਰਲੇਪ ਹੋ ਕੇ ਤੇ ਨਿਰਲੇਪ ਹੋਣ ਵਾਸਤੇ ਵੀ ਕਿਹਾ ਹੈ ਉਹਨਾਂ ਨੂੰ ਨਾ, ਜੈਸੇ ਜਲ ਮਹਿ ਕਮਲ ਨਿਰਾਲ ਮਿਰਗਾਏ ਨਿਆਸਾਨ ਸ਼ਬਦ ਸੁਰਤ ਭਵ ਸਾਗਰ ਤਰੀ। ਤੇ ਜਿਹੜੇ ਸ਼ਬਦ ਦੇ ਵਿੱਚ ਸੁਰਤ ਜੋੜ ਸਕਦੇ ਹਨ ਸੰਸਾਰ ਤੋਂ ਨਿਰਲੇਪ ਹੋ ਕੇ, ਉਹ ਤੇ ਵਿੱਚ ਰਹਿੰਦਿਆਂ ਹੋਇਆਂ ਤਰ ਸਕਦੇ, ਪਰ ਕਈ ਸ਼ਬਦ ਦੇ ਵਿੱਚ ਸੁਰਤ ਜੋੜ ਨਹੀਂ ਸਕਦੇ ਹਨ। ਉਹ ਕਹਿੰਦੇ ਹਨ ਨਹੀਂ, ਅਸੀਂ ਨਹੀਂ ਜੋੜ ਸਕਦੇ, ਸਾਡੇ ਕੋਲ ਵਿੱਚ ਰਹਿੰਦਿਆਂ ਹੋਇਆਂ ਨਿਰਲੇਪ ਨਹੀਂ ਹੋ ਪਾਉਣਾ ਹੈ। ਅਸੀਂ ਆਪਣੇ ਆਪ ਅਸੀਂ ਨਹੀਂ ਇਹ ਸਾਗਰ ਤਰ ਸਕਦੇ, ਤਾਂ ਉਹਨਾਂ ਨੂੰ ਸਹਾਰੇ ਦੀ ਲੋੜ ਹੈ। ਤਾਂ ਉਹਨਾਂ ਵਾਸਤੇ ਪਰਮਾਤਮਾ ਸਹਾਰਾ ਦਿੰਦਾ ਹੈ, ਉਹਨਾਂ ਵਾਸਤੇ ਜਹਾਜ਼ ਬਣਾ ਦਿੰਦਾ ਹੈ ਅਤੇ ਕਹਿ ਦਿੰਦਾ ਹੈ ਤੁਸੀਂ ਚਲੋ ਜਹਾਜ਼ 'ਤੇ ਸਵਾਰ ਹੋ ਜਾਓ। ਪਰ ਜਹਾਜ਼ 'ਤੇ ਉਹੋ ਹੀ ਸਵਾਰ ਹੋਵੇਗਾ ਜਿਹੜਾ ਇੱਧਰਲਾ ਕਿਨਾਰਾ ਛੱਡਣ ਨੂੰ ਤਿਆਰ ਹੋਵੇਗਾ। ਇਹ ਗੱਲ ਖਿਆਲ ਵਿੱਚ ਰੱਖਿਓ। ਅਤੇ ਜਿਹੜਾ ਪੂਰਾ ਦਾ ਪੂਰਾ ਹੀ ਖਿਆਲ ਸੰਸਾਰ 'ਚ ਕੁਛ ਹੋਣ ਦੀ ਚਾਹਤ, ਸੰਸਾਰ 'ਚ ਕੁਛ ਪਾਉਣ ਦੀਆਂ ਚਾਹਤਾਂ, ਕੁਛ ਸੁੱਖ ਭੋਗਣ ਦੀਆਂ ਇੱਛਾਵਾਂ ਜਾਂ ਜੀਣ ਦੀ ਚਾਹਤ ਵੀ ਇੱਧਰ ਹੀ ਛੱਡ ਕੇ ਜਾਣੀ ਹੈ। ਕਿ ਜੀਣ ਦੀ ਚਾਹਤ ਅਗਰ ਸੰਸਾਰ ਦੇ ਵਿੱਚ ਰਹਿ ਗਈ ਤੇ ਸੰਸਾਰੀ ਦੇ ਵਿੱਚ ਹੀ ਰਹੋਗੇ ਨਾ, ਫਿਰ ਇਸ ਜਹਾਜ਼ 'ਤੇ ਥੋੜ੍ਹੀ ਸਵਾਰ ਹੋਵੋਗੇ। ਇਸੇ ਕਾਰਨ ਕਿਹਾ ਹੈ ਨਾ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹ ਸਭਨ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਇਹ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਜੀਵਨ ਦੀ ਚਾਹਤ ਛੱਡ ਕੇ ਆ ਜਾਓ। ਅਤੇ ਆਏ ਸਨ ਨਾ ਪੰਜ ਪਿਆਰੇ, ਹੋ ਗਏ ਸਨ ਨਾ ਸਮਰਪਿਤ। ਅਤੇ ਜਿਹੜੇ ਸਮਰਪਿਤ ਹੋ ਗਏ ਸਨ ਉਹਨਾਂ ਨੂੰ ਫਿਰ ਪਰਮ ਜੀਵਨ ਮਿਲ ਗਿਆ ਸੀ। ਪਰਮ ਦੇ ਵਿੱਚ ਇਹ ਸੰਸਾਰ ਦਾ ਸ਼ੂਦਰ ਜੀਵਨ ਛੱਡ ਕੇ ਉਹਨਾਂ ਨੇ ਪਰਮ ਜੀਵਨ ਪਾ ਲਿਆ। ਗੁਰੂ ਦੇ ਜਹਾਜ਼ 'ਤੇ ਬੈਠ ਗਏ।